नमस्कार। देश दुनिया में एसडीटी प्राइम देख रहे सारे दर्शकों का स्वागत। मैं हाँ शमी डाबरा दोस्तों लेके हाजिर हाँ प्रोग्राम कौन बनेगा एमसी। कौन बनेगा एमसी प्रोग्राम ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਵਾਰਡ ਨੰਬਰ 3 ਦੇ ਕੌਂਸਲਰ ਦੇ ਤੌਰ ਤੇ ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਪੇਪਰ ਭਰੇ ਹੋਏ ਨੇ ਤੇ ਚੋਣ ਪ੍ਰਚਾਰ ਜਿਨ੍ਹਾਂ ਦਾ ਜ਼ੋਰਾਂ ਤੇ ਹੈ ਔਰ ਉਹ ਡੋਰ ਟੂ ਡੋਰ ਜਾ ਕੇ ਇਸ ਵਕਤ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਬੀਬੀ ਮਨਪ੍ਰੀਤ ਕੌਰ ਅਰੋੜਾ। बेशक मनप्रीत कौर अरोड़ा अज साडे दरम्यान नहीं पुज पाए क्योंकि वो काफ़ी बिजी ने। जिस तरह मैं पहला कहा कि वो डोर टू डोर जाके अज चोण प्रचार कर रहे हैं, लेकिन उन्होंने पुत्र दमनप्रीत सिंह अरोड़ा अज साडे विचकार ने जिन्हों ने ये पूरी वागडोर जी डोर टू डोर जाण दी है वो अपने मोढियां दे उत्ते चुकी हुई है। अपने डैडी सरदार इंदरजीत सिंह अरोड़ा जो कि प्रधान ने वपार मंडल आनंदपुर साहब के उन्होंने नाल मोढे नाल मोढा लगा के सहयोग कर रहे हैं, लेकिन अपने कीमती वक्त कढ़ के साडे दरम्यान पुजे ने इस प्रोग्राम के शमूलीयत करने के लिए। सब तो पहला दमनप्रीत जी तुहाडा स्वागत है SDTV प्राइम ते। धन्यवाद जी। मैं भी SDTV चैनल का बहुत धन्यवादी हाँ जिन्होंने सानू अपनी गल रखने का मौका दिता। दमनप्रीत जी मैं क्योंकि ये कोई शक नहीं परसों इलैक्शन है तो हुण एक दो दिन ही रह गए है चोणां होने तो तुहाडे मतलब जोरां ते होएगा चोण प्रचार तुसीं वक्त कढ़िया है, लेकिन मैं एक चीज़ तुहाडे कोलों तुहाडे थ्रू जानना चाहांगा अपने बारे डैडी बारे अपनी मम्मी बारे जिहड़े इस वक्त कैंडीडेट ने अपने परिवार बारे। हालांकि तुहाडे परिवार बारे आनंदपुर साहब के लोग तो सारे जानते ही ने, ये कोई शक नहीं क्योंकि दस्सण की लोड़ नहीं है, लेकिन फिर भी क्योंकि चैनल बाहर भी देखा जाता है लोग बाहर भी साडे नाल जुड़ते हैं, उन्होंने जरूर मैं चाहांगा भी तुसीं जिहड़ा अपने मुखारबंद तो जरूर कुछ कहो। जी सर मैं बिजनेस ही संभालता वा, वैसे जी सारा बिजनेस मैं ही संभालता वा। ठीक है। तो मेरे मदर इस टाइम चोण लड़ रहे हैं जो कि पहला भी 10 साल तो इसी वार्ड से सेवा करते आ रहे हैं। बिल्कुल। मेरे पिता जी सरदार इंदरजीत सिंह अरोड़ा जिवें कि तुसीं कहा ही है उन्होंने सारे अच्छी तरह जानते हैं, वो प्रधान वपार मंडल भी ने। मेरे मदर 10 साल तो सेवा करते आ रहे हैं, उन्होंने साडे लगभग सारे एरिए च हर एक कम्मा च काफ़ी योगदान पाया है। इस तरह ही मेरे पिता जी हमेशा ही 25 ਕੁ ਸਾਲ ਤੋਂ ਤੁਸੀਂ ਦੇਖੋ ਵੀ ਸਮਾਜ ਸੇਵਾ ਕਰਦੇ ਆ ਰਹੇ ਨੇ। ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ, ਜਿਵੇਂ ਸ਼ੁਰੂਆਤ 'ਚ ਤਾਂ ਤੁਹਾਨੂੰ ਵੀ ਪਤਾ ਹੈ ਰਾਮਲੀਲਾ ਵੀ ਇਕੱਠੇ ਤੁਸੀਂ ਵੀ ਨਾਲ ਹੀ ਹੁੰਦੇ ਸੀ ਤੇ ਕੋਈ ਕੀਰਤਨ ਦਰਬਾਰ ਹੋਵੇ, ਕਿਤੇ ਲੰਗਰ ਲਗਾਉਣਾ ਹੋਵੇ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੋਵੇ ਵੀ ਜਿਵੇਂ ਆਪਾਂ ਸਮਾਜ ਸੇਵਾ 'ਚ ਕਹਿ ਸਕਦੇ ਔਲ ਉਹ ਸਾਰਾ ਕੁਝ ਹੀ ਕਰਦੇ ਆ ਰਹੇ ਨੇ। ਬਿਲਕੁਲ ਮਤਲਬ ਇੱਕ ਉੱਗੇ ਸਮਾਜ ਸੇਵੀ ਦੇ ਤੌਰ ਤੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਜਾਣਿਆ ਜਾਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਹਰੇਕ ਦੇ ਕੰਮ ਆਉਣ ਵਾਲੇ ਨੇ। ਤੁਸੀਂ ਚੋਣ ਪਿਛਲੇ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਵੀ 10 ਸਾਲ ਤੋਂ ਅਸੀਂ ਚੋਣ ਲੜ ਰਹੇ ਹਾਂ, ਇਸ ਵਾਰ ਫਿਰ ਤੁਸੀਂ ਚੋਣ ਲੜਨ ਦਾ ਮਿੱਥਿਆ ਵੀ ਅਸੀਂ ਇਸ ਵਾਰ ਫਿਰ ਜਿਹੜੀ ਹੈ 3 ਨੰਬਰ ਵਾਰਡ 'ਚ ਚੋਣ ਲੜੀ ਹੈ। ਅੱਜ ਜਦੋਂ ਇੱਕ ਵਾਰ ਚੋਣ ਲੜ ਲੈਂਦਾ ਨਾ ਬੰਦਾ ਉਹ ਦੂਸਰੀ ਵਾਰ ਸੋਚਦਾ ਹੈ ਵੀ ਮੈਂ ਕਰਾਇਆ ਤਾਂ ਕੁਛ ਨਹੀਂ ਵਾਰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੀ ਮੈਂ ਐਵੇਂ ਚੋਣ ਲੜਾਂਗਾ ਮੇਰੀ ਬੇਇੱਜ਼ਤੀ ਨਾ ਹੋ ਜਾਵੇ। ਡਰ ਹੋ ਜਾਂਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਐਂਟੀ ਇਨਕੰਬੈਂਸੀ ਵੋਟ ਜਿਹੜੀ ਹੈ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ। ਡਰ ਦਾ ਮਾਹੌਲ ਉਹਦੇ ਅਗੇਂਸਟ ਹੋ ਜਾਂਦਾ ਹੈ ਔਰ ਫਿਰ ਉਹਨੂੰ ਆਪਣੇ ਤੋਂ ਆਪਣੇ ਡਰ ਲੱਗਦਾ ਮੈਂ ਨਾ ਖੜਾ। ਇਹੋ ਜਿਹਾ ਡਰ ਤੁਹਾਡੇ ਸਾਹਮਣੇ ਤਾਂ ਨਹੀਂ ਆਇਆ ਵੀ ਤੁਸੀਂ ਸੋਚੋ ਵੀ ਸਾਡੀ ਵਿਰੋਧਤਾ ਜ਼ਿਆਦਾ ਹੈਗੀ ਹੈ ਤਾਂ ਮਤਲਬ ਸਾਨੂੰ ਵੋਟ ਹੀ ਨਹੀਂ ਪਏਗੀ? ਜਾਂ ਸਰ ਮੈਂ ਤੁਹਾਨੂੰ ਥੋੜਾ ਡਿਟੇਲ 'ਚ ਦੱਸਦਾ ਹੈ ਜੀ। ਫਸਟ ਟਰਮ 'ਚ ਮੇਰੇ ਮਦਰ ਸਰਬਸੰਮਤੀ ਨਾਲ ਹੀ MC ਬਣੇ ਸੀ। ਬਿਲਕੁਲ। ਤੇ ਉਹਦੇ ਤੋਂ ਬਾਅਦ ਉਦੋਂ 13 ਨੰਬਰ ਵਾਰਡ ਸੀ, ਫਿਰ ਸਾਡੇ ਵਾਰਡ ਚੇਂਜ ਹੋਏ ਸੀ, ਫਿਰ ਸਾਡਾ 3 ਨੰਬਰ ਵਾਰਡ ਹੋ ਗਿਆ। ਬਿਲਕੁਲ। ਪਰ ਏਰੀਆ ਉਹੀ ਸੀ ਸਾਰਾ। ਠੀਕ ਹੈ। ਫਿਰ ਦੂਜੀ ਵਾਰੀ ਅਸੀਂ ਚੋਣ ਲੜੇ ਤੇ ਇਹਦੇ 'ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਦੂਜੀ ਵਾਰੀ ਜਿਹੜੇ ਸਾਡੇ ਕੰਪੀਟੀਟਰ ਸੀ ਅੱਜ ਉਹ ਵੀ ਸਾਡੇ ਨਾਲ ਨੇ। ਬਿਲਕੁਲ। ਕਿਉਂਕਿ ਅਸੀਂ ਵਿਕਾਸ ਕਰਵਾਇਆ ਹੈ। ਬਿਲਕੁਲ। ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ ਸਪੋਰਟ ਨਾਲ ਅਸੀਂ ਵਿਕਾਸ ਕਰਵਾਇਆ ਹੈ, ਉਹ ਵੀ ਹੁਣ ਸਾਡੇ ਨਾਲ ਹੀ ਕੰਪੇਨ ਕਰ ਰਹੇ ਨੇ। ਬਿਲਕੁਲ। ਫਿਰ ਹੁਣ ਸਾਡੀ ਤੀਜੀ ਟਰਮ ਹੈ ਜੀ। ਸਾਨੂੰ ਇੱਕ ਪੈਸੇ ਦਾ ਵੀ ਕੋਈ ਇੱਦਾਂ ਦਾ ਡਰ ਨਹੀਂ, ਅਸੀਂ ਜਿੱਥੇ ਵੀ ਜਾ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ। ਸਾਰੇ ਸਾਡੇ ਨਾਲ ਨੇ, ਸਾਰੇ ਤੁਹਾਡੇ ਨਾਲ ਵੀ ਸਾਰੇ ਸਾਨੂੰ ਜ਼ਿਆਦਾ ਤਾਂ ਇਹੀ ਕਹਿ ਰਹੇ ਵੀ ਤੁਸੀਂ ਆਰਾਮ ਨਾਲ ਬੈਠੋ ਵੀ ਕੋਈ ਚੱਕਰ ਨਹੀਂ ਹੈ, ਕਿਉਂਕਿ ਸਾਡਾ ਕੰਮ ਬੋਲ ਰਿਹਾ। ਉਹ ਸਾਨੂੰ ਇਹੀ ਕਹਿ ਰਹੇ ਵੀ ਤੁਸੀਂ ਆਰਾਮ ਨਾਲ ਬਹਿ ਜਾਓ, ਅਸੀਂ ਤੁਹਾਡੇ ਨਾਲ ਹੀ ਨੇ। ਮਤਲਬ ਹਰ ਇੱਕ ਤਰ੍ਹਾਂ ਦਾ ਸਮਰਥਨ ਸਾਡੇ ਨਾਲ ਹੈਗਾ ਹੈ ਜੀ। ਇਹ ਇਸੇ ਕਰਕੇ ਹੈ ਕਿ ਅਸੀਂ ਸਾਰੇ ਕੰਮ ਕਰਵਾਏ ਨੇ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਵਾਰਡ ਵਾਸੀ ਜਿਹੜੇ ਆ ਵਾਰਡ ਨੰਬਰ 3 ਦੇ ਜਿਹੜੇ ਨੇ ਉਹ ਜਿੱਥੇ ਉਹ ਤਾਂ ਜਾ ਹੀ ਰਹੇ ਨੇ ਵਾਰਡ ਵਾਸੀ ਜਿਹੜੇ ਨੇ ਕੰਪੇਨਿੰਗ ਦੇ ਨਾਲ ਇਹਨਾਂ ਦੇ ਨਾਲ शहर के होर भी बहुत सारे पतवंते सज्जन जिन्हों का वार्ड के किसी ना किसी तरह का रसूख है
ਉਹ ਵੀ ਇਹਨਾਂ ਦੇ ਨਾਲ ਕੰਪੇਨਿੰਗ ਕਰਨ ਦੇ ਲਈ ਜਾ ਰਹੇ ਨੇ। ਅੱਜ ਅਸੀਂ ਇੱਕ ਛੋਟੀ ਜਿਹੀ ਕਲਿੱਪ ਇਹਨਾਂ ਲਈ ਤਿਆਰ ਕੀਤੀ ਹੈ, ਜਿਹੜੀ ਅਸੀਂ ਜਾ ਕੇ ਦੇਖਿਆ ਵੀ ਕੌਣ ਕੌਣ ਇਹਨਾਂ ਦੇ ਨਾਲ ਜਾ ਕੇ ਕੰਪੇਨਿੰਗ ਕਰਦਾ, ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਉਹ ਜਿਹੜੀ ਕਲਿੱਪ ਦਿਖਾ ਰਹੇ ਹਾਂ। ਜਿੰਦਾਬਾਦ ਜਿੰਦਾਬਾਦ, ਹੋਰ ਕਿੱਥੇ ਲਾਣੀ ਹੈ, ਬਿਸਕੁਟ ਉੱਤੇ ਲਾਣੀ ਹੈ, ਹੋਰ ਕਿੱਥੇ ਲਾਣੀ ਹੈ, ਬਿਸਕੁਟ ਉੱਤੇ ਲਾਣੀ ਹੈ, ਜਿੱਤੂਗਾ ਵੀ ਜਿੱਤੂਗਾ, ਬਿਸਕੁਟ ਵਾਲਾ ਜਿੱਤੂਗਾ, ਆ ਗਿਆ ਵੀ ਆ ਗਿਆ, ਬਿਸਕੁਟ ਵਾਲਾ इधर आ गया ਅਸੀਂ ਅੱਜ ਵਾਰਡ ਨੰਬਰ 3 'ਚ ਮਨਪ੍ਰੀਤ ਅਰੋੜਾ ਦੀ ਚੋਣ ਮੁਹਿੰਮ 'ਚ ਦੇਖ ਰਹੇ ਹਾਂ ਜੋ ਇੱਕ ਤਰਫਾ ਹੀ ਜਾ ਰਹੀ ਹੈ ਇਹਨਾਂ ਦੇ ਹੱਕ 'ਚ। ਪਿਛਲੇ 5 ਸਾਲਾਂ ਤੋਂ ਜੋ ਉਹਨਾਂ ਨੇ ਕੰਮ ਕੀਤੇ ਨੇ ਐਜ ਏ MC, ਐਜ ਏ ਕਰੋਨਾ ਦੌਰਾਨ ਜੋ ਇਹਨਾਂ ਨੇ ਭੂਮਿਕਾ ਨਿਭਾਈ ਹੈ, ਉਹ ਲੋਕ ਉਹਦਾ ਇਹਨਾਂ ਨੂੰ ਬਦਲਾ ਦੇਣਾ ਚਾਹੁੰਦੇ ਹਨ। ਵੀ ਅਸੀਂ ਜੋ ਇਹਨਾਂ ਨੇ ਕੰਮ ਕੀਤਾ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ, ਕਿ ਪਿਛਲੇ 5 ਸਾਲਾਂ ਤੋਂ ਵੀ ਇਹ ਇੱਥੇ MC ਸੀਗੇ ਤੇ ਇਹਨਾਂ ਨੇ ਲੋਕਾਂ ਨਾਲ ਵੱਧ ਚੜ੍ਹ ਕੇ ਐਜ ਏ MC ਨਹੀਂ ਹੋਰ ਵੱਧ ਤੋਂ ਵੱਧ ਕੰਮ ਕੀਤੇ ਨੇ। ਸੋ ਮੇਰੀ ਸਾਰਿਆਂ ਨੂੰ ਇਹੀ ਪੁਰਜ਼ੋਰ ਬੇਨਤੀ ਹੈ ਵੀ ਸਾਰੇ ਬਿਸਕੁਟ ਦੇ ਚੋਣ ਨਿਸ਼ਾਨ ਲਾ ਕੇ 14 ਤਰੀਕ ਨੂੰ ਇੱਕ ਵਾਰੀ ਇਹਨਾਂ ਨੂੰ ਦੁਬਾਰਾ ਫਿਰ ਮੌਕਾ ਦਿੱਤਾ ਜਾਵੇ, ਤਾਂ ਜੋ ਰਹਿੰਦਾ ਕੋਈ ਕੰਮ ਵੀ ਹੈ ਪੂਰੇ ਕਰ ਸਕਣ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੀ 14 ਤਰੀਕ ਨੂੰ ਮਨਪ੍ਰੀਤ ਕੌਰ ਅਰੋੜਾ ਵਾਰਡ ਨੰਬਰ 3 ਬਿਸਕੁਟ ਤੇ ਵੋਟ ਲਗਾ ਕੇ ਕਾਮਯਾਬ ਬਣਾਓ। ਸੋ ਤੁਸੀਂ ਦੇਖਿਆ ਕਿ ਕਾਫੀ ਇਹਨਾਂ ਨੂੰ ਜਿਹੜਾ ਹੈ ਸਮਰਥਨ ਮਿਲ ਰਿਹਾ ਹੈ ਵਾਰਡ ਦੇ ਵਿੱਚ। ਲੇਕਿਨ ਇੱਕ ਗੱਲ ਕਰੀਏ ਵੀ ਪਿਛਲੇ ਚੋਣਾਂ ਦੇ ਵਿੱਚ ਜਿਹੜੀਆਂ ਮਤਲਬ 2015 ਦੇ ਵਿੱਚ ਇਲੈਕਸ਼ਨ ਹੋਏ ਸੀਗੇ, ਕਿਉਂਕਿ 20 ਦੇ ਵਿੱਚ ਟਰਮ ਪੂਰੀ ਹੋ ਗਈ ਸੀ, 1 ਸਾਲ ਤਾਂ ਹੁਣ ਟਰਮ ਪੂਰੀ ਹੋਈ ਨਹੀਂ, ਹੋ ਗਿਆ ਇਲੈਕਸ਼ਨ ਨਹੀਂ ਹੋਏ, 21 ਚੋਣ ਜਾ ਰਹੇ ਆ। 15 ਦੇ ਵਿੱਚ ਜਦੋਂ ਤੁਸੀਂ ਚੋਣ ਲੜੀ ਸੀਗੀ ਜਾਂ ਉਹ ਤੋਂ ਪਹਿਲਾਂ ਜਿਹੜੀ ਤੁਸੀਂ ਚੋਣ ਲੜੀ ਸੀ, ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਸੀਂ ਚੋਣ ਲੜੀ ਸੀਗੀ। ਤੁਹਾਡੇ ਤੇ ਇੱਕ ਲੋਕ ਜਿਹੜੇ ਇਹ ਇਲਜ਼ਾਮ ਲਗਾਉਂਦੇ ਨੇ ਵੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਛੱਡ ਕੇ ਕਾਂਗਰਸ ਵੱਲੋਂ ਜਿਹੜੇ ਆ ਉਹ ਇਸ ਚੋਣ ਦੇ ਵਿੱਚ, ਹਾਲਾਂਕਿ ਤੁਸੀਂ ਆਜ਼ਾਦ ਖੜੇ ਹੋ, ਲੇਕਿਨ ਇਹ ਕਿਹਾ ਜਾ ਰਿਹਾ ਵੀ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ, ਇਹਨਾਂ ਨੇ ਪਾਸਾ ਪਲਟ ਲਿਆ ਸੀ, ਉੱਧਰ ਚਲੇ ਗਏ ਸੀਗੇ ਵੀ ਉਹਦੇ ਵੱਲੋਂ ਇਹ ਚੋਣ ਲੜ ਰਹੇ ਨੇ, ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਉੱਥੇ ਖੜਾ ਕਰ ਦਿੱਤਾ ਹੈ। ਤੁਸੀਂ ਕੀ ਸਮਝਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਤੁਸੀਂ 2 ਵਾਰ ਜਿੱਤ ਪ੍ਰਾਪਤ ਕਰਕੇ ਇਸ ਵਾਰ ਤੁਹਾਡੀ ਜਿੱਤ ਈਜ਼ੀ ਹੋ ਜਾਏਗੀ, ਜਾਂ ਇਹ ਕਿਉਂ ਤੁਸੀਂ, ਸਭ ਤੋਂ ਪਹਿਲਾਂ ਮੈਂ ਪੁੱਛਾਂਗਾ ਫਿਰ ਇਹ ਪਾਸਾ ਪਲਟਣ ਦੀ ਜ਼ਰੂਰਤ ਵੀ ਕਿਉਂ ਪਈ? ਸਰ ਇਸ ਤਰ੍ਹਾਂ ਹੈ ਵੀ ਜਿਹੜੀਆਂ ਇਹ ਚੋਣਾਂ ਹੈ ਨਾ, ਇਹਦੇ 'ਚ ਜ਼ਿਆਦਾਤਰ ਉਮੀਦਵਾਰ ਨੂੰ ਦੇਖਿਆ ਜਾਂਦਾ, ਪਾਰਟੀ ਦਾ ਕੋਈ ਰੋਲ ਨਹੀਂ ਮੰਨਿਆ ਜਾਂਦਾ। ਬਿਲਕੁਲ। ਫਸਟ ਟਾਈਮ ਤੁਹਾਨੂੰ ਜਿੱਦਾਂ ਦੱਸਿਆ ਸਰਬਸੰਮਤੀ ਨਾਲ ਬਣੇ ਸੀ ਆਪਾਂ, ਸੈਕਿੰਡ ਟਾਈਮ ਅਕਾਲੀ ਦਲ ਤੋਂ ਲੜੇ ਸੀ। ਪਾਰਟੀ ਚੇਂਜ ਕਰਨਾ ਕਹਿ ਲਈਏ ਜਾਂ ਜਿੱਦਾਂ ਵੀ ਆਪਾਂ ਕਹਿ ਸਕਦੇ, ਇਹਦੇ 'ਚ ਇਸ ਤਰ੍ਹਾਂ ਸੀ ਕਿ ਅਸੀਂ ਲੋਕਾਂ ਦੇ ਕੰਮ ਕਰਾਉਣ ਲਈ ਹੋਈ ਆਪਾਂ ਕਾਂਗਰਸ 'ਚ ਆਏ ਹਾਂ। ਬਿਲਕੁਲ। ਕਿਉਂਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ। ਠੀਕ ਹੈ। ਬੰਦਾ ਹੁਣ ਅਸੀਂ ਅਕਾਲੀ ਦਲ 'ਚ ਸੀ, ਕਾਂਗਰਸ ਸੀ, ਉਹ ਅਲੱਗ ਮੈਟਰ ਆ ਜਾਂਦਾ, ਇਹ ਚੋਣਾਂ 'ਚੋਂ ਮੈਟਰ ਕਰਦਾ ਨਹੀਂ ਵੈਸੇ, ਕਿਉਂਕਿ ਕੰਮ ਲੋਕਾਂ ਦੇ ਕੰਮ ਹੋਣੇ ਚਾਹੀਦੇ। ਉਹ ਸਾਡੇ ਵਾਰਡ 'ਚ ਹੋਏ ਵੀ ਹੈ ਤੇ ਹੋਣਗੇ ਵੀ, ਕੰਮ ਬੋਲਦੇ ਵੀ ਹੈ, ਵਿਕਾਸ ਹੋਇਆ ਹੈ, ਚਾਹੇ ਉਹ ਤੁਸੀਂ ਗਲੀਆਂ ਨਾਲੀਆਂ ਸਟਰੀਟ ਲਾਈਟਾਂ ਸਫਾਈ ਦਾ ਦੇਖ ਲਓ। ਸਾਡਾ ਵਾਰਡ ਸਾਰੇ ਸ਼ਹਿਰ 'ਚੋਂ ਇੱਕ ਨਮੂਨੇ ਦਾ ਵਾਰਡ ਹੈ। 3 ਨੰਬਰ 'ਚ ਜਦੋਂ ਤੁਸੀਂ ਜਾਓਗੇ ਤੁਸੀਂ ਦੇਖਿਓ ਸਾਰੇ ਵਾਰਡਾਂ ਨਾਲੋਂ ਵਧੀਆ ਕੰਮ ਸਾਡੇ 'ਚ ਹੋਇਆ ਹੈ। ਬਾਕੀ ਪਾਰਟੀਬਾਜੀ ਦੀ ਜੇ ਗੱਲ ਕਰੀਏ, ਹੁਣ ਆਪਾਂ ਜੇ ਦੇਖੀਏ ਤਾਂ ਸਾਡੇ ਜਿਹੜੇ MP ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਉਹ ਪਟਿਆਲੇ ਤੋਂ ਨੇ, ਬਾਹਰੀ ਅਕਾਲੀ ਦਲ ਦੇ ਬਾਹਰੀ ਉਮੀਦਵਾਰ ਦੇ ਤੌਰ ਤੇ। ਬਿਲਕੁਲ। ਉਹਦੇ ਤੋਂ ਬਾਅਦ ਅਸੀਂ ਆ ਜਾਈਏ ਚੀਮਾ ਜੀ, ਜੋ ਕੁਝ ਦਿਨ ਪਹਿਲਾਂ ਵੀ ਕਹਿ ਕੇ ਗਏ ਸੀ ਕੁਝ। ਹਾਂ, ਉਹ ਪਾਰਟੀ ਬਦਲਣ ਬਾਰੇ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਵੀ ਚੀਮਾ ਜੀ ਨੇ ਵੀ ਕਿਹਾ ਸੀਗਾ ਵੀ ਇਹ ਸਾਡੇ ਨਹੀਂ ਬਣੇ, ਕਿਸੇ ਹੋਰ ਦੇ ਕੀ ਬਣਨਗੇ, ਪਾਰਟੀ ਦੇ ਨਹੀਂ ਬਣੇ। ਬਿਲਕੁਲ ਉਹੀ ਦੱਸਦਾ ਜੀ। ਚੀਮਾ ਸਾਹਿਬ ਨੂੰ ਚਲੋ ਸਾਡੇ ਸਤਿਕਾਰਯੋਗ ਨੇ, ਬਹੁਤ ਵੱਡੇ ਨੇ, ਉਹਨਾਂ ਦਾ ਬੇਟਾ ਹੀ ਹੈ। ਮੈਂ ਉਹਨਾਂ ਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ, ਤੁਹਾਡੇ ਸਰਪਲਸ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲੀ ਵਾਰੀ ਕਾਂਗਰਸ ਤੋਂ ਚੋਣ ਲੜੇ ਸੀ,
ਜੀ ਤੇ ਉਹਦੇ ਤੋਂ ਬਾਅਦ ਉਹ ਫਿਰ ਅਕਾਲੀ ਦਲ 'ਚ ਆਏ, ਠੀਕ ਹੈ ਜੀ। ਉਹਦੇ ਤੋਂ ਬਾਅਦ ਆਪਣੇ ਚੀਮਾ ਜੀ ਵੀ ਬਾਹਰੋਂ ਨੇ ਜੀ। ਉਹਦੇ ਤੋਂ ਬਾਅਦ ਆ ਜੋ SGPC ਮੈਂਬਰ ਦੇ, ਉਹ ਲੁਧਿਆਣੇ ਤੋਂ ਨੇ, ਬਿਲਕੁਲ, ਚਾਵਲਾ ਜੀ। ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਬਣਾਏ ਆ ਰੋਪੜ ਦੇ, ਗੁਰਿੰਦਰ ਉਹ ਸਿੰਘ ਸਾਰੀ ਪਾਰਟੀਆਂ ਚੋਂ ਘੁੰਮ ਕੇ ਇੱਥੇ ਆਏ। ਅਕਾਲੀ ਉਹਨਾਂ ਦਲ ਨੇ ਕਿਹੜੀ ਪਾਰਟੀ ਨਹੀਂ ਛੱਡੀ, ਸਾਰੀਆਂ 'ਚ ਆਏ ਨੇ ਜੀ। ਉਹ ਚਲੋ ਕਹਿੰਦੇ ਨੇ ਕੋਈ ਗੱਲ ਨਹੀਂ, ਵਿਰੋਧੀਆਂ ਨੇ ਤਾਂ ਬੋਲਣਾ ਹੀ ਹੁੰਦਾ ਜੀ। ਪਰ ਆਪਾਂ ਇਹ ਲੋਕਾਂ ਦੇ ਕੰਮ ਕਰਾਉਣ ਲਈ ਹੋਈ ਪਾਰਟੀ ਚੁਣੀ ਆ ਤੇ ਸਾਡੇ ਕੰਮ ਹੋਏ ਵੀ ਨੇ। ਬਿਲਕੁਲ, ਇਹਦੇ 'ਚ ਮੇਨ ਕੈਂਡੀਡੇਟ ਹੀ ਦੇਖਿਆ ਜਾਂਦਾ ਕਿ ਕੈਂਡੀਡੇਟ MC ਚੋਣਾਂ 'ਚ ਕੈਂਡੀਡੇਟ ਕਿੱਦਾਂ ਦਾ ਹੈ, ਉਹਦਾ ਰਸੂਖ ਕਿੱਦਾਂ ਦਾ ਹੈ। ਜੀ। ਮੇਰੇ ਪਿਤਾ ਜੀ ਸਮਾਜ ਸੇਵੀ ਨੇ, ਬਿਲਕੁਲ। ਮੇਰੇ ਮਦਰ ਪੂਰਾ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਚੱਲਦੇ ਨੇ। ਬਿਲਕੁਲ। ਹਰ ਇੱਕ ਕੰਮ ਵਾਰਡ 'ਚ ਇੱਕਦਮ ਪਹਿਲ ਦੇ ਆਧਾਰ ਤੇ ਹੁੰਦਾ ਹੈ। ਸਾਡੇ ਵਾਰਡ ਵਾਸੀ ਹੈ, ਤੁਸੀਂ ਉਹਨਾਂ ਤੋਂ ਪੁੱਛ ਸਕਦੇ, ਕੋਈ ਵੀ ਕਿਸੇ ਟਾਈਮ ਵੀ ਅੱਧੀ ਰਾਤ ਨੂੰ ਵੀ ਆਵਾਜ਼ ਮਾਰਦਾ, ਮੇਰੇ ਪਿਤਾ ਜੀ ਨਾਲ ਜਾ ਕੇ ਉਹਨਾਂ ਦਾ ਕੰਮ ਕਰਵਾਉਂਦੇ ਨੇ, ਹਰ ਇੱਕ ਦੇ ਸੁੱਖ ਦੁੱਖ 'ਚ ਖੜਦੇ ਨੇ। ਬਿਲਕੁਲ, ਇਹਦੀ ਤਾਂ ਕੋਈ ਸ਼ੱਕ ਨਹੀਂ ਹੈਗੀ। ਇੱਕ ਮੈਂ ਤੁਹਾਨੂੰ ਹੋਰ ਸੌਰੀ ਕੱਟ ਰਿਹਾ, ਹਾਂ। ਚੀਮਾ ਜੀ ਕਹਿ ਤਾਂ ਗਏ ਚਲੋ ਜੀ, ਤੇ ਤੁਸੀਂ ਦੇਖੋ ਹੁਣ ਅਕਾਲੀ ਦਲ 'ਚ ਧਾੜ ਸਰੋਪੇ ਪਾ ਕੇ ਹਰ ਇੱਕ ਪਾਰਟੀਆਂ ਦੇ 1 ਮਿੰਟ 'ਚ ਅੰਦਰ ਕਰ ਲੈਂਦੇ। ਉਦੋਂ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਆਉਂਦਾ, ਜੇ ਅਸੀਂ ਆਏ ਹਾਂ ਅਸੀਂ ਤਾਂ ਲੋਕਾਂ ਦੇ ਕੰਮ ਕਰਾਉਣ ਲਈ ਆਏ ਹਾਂ ਤੇ ਹੋਏ ਵੀ ਨੇ। ਮਤਲਬ ਅਕਾਲੀ ਦਲ 'ਚ ਪਾਰਟੀ ਬਦਲ ਕੇ ਕਾਂਗਰਸੀ ਚੱਲ ਜਾਵੇ ਉਹ ਸਹੀ ਹੈਗਾ, ਲੇਕਿਨ ਜੇ ਅਕਾਲੀ ਕੋਈ ਕਾਂਗਰਸ 'ਚ ਆ ਜਾਵੇ ਤਾਂ ਉਹ ਗਲਤ ਹੈ। ਹਾਲਾਂਕਿ ਤੁਹਾਡਾ ਮੰਤਵ ਤੁਸੀਂ ਦੱਸਿਆ ਵੀ ਸਾਡਾ ਮੰਤਵ ਸਿਰਫ ਵਾਰਡ ਤੇ ਸ਼ਹਿਰ ਦੀ ਭਲਾਈ ਕਰਨਾ ਅਸੀਂ ਸੀਗਾ। ਅਨੰਦਪੁਰ ਸਾਹਿਬ ਦੀ ਇਕੱਲੇ ਵਾਰਡ ਦੀ ਹੋਈ ਨਹੀਂ, ਪੂਰੇ ਇਲਾਕੇ ਦੀ ਭਲਾਈ ਲਈ। ਤੇ ਅਸੀਂ ਇਹ ਨਹੀਂ ਵੀ ਵਾਰਡ ਨੰਬਰ 3 'ਚ ਹੀ ਕੋਈ ਕੰਮ ਕਰਾਉਂਦੇ ਹਾਂ, ਪੂਰੇ ਇਲਾਕੇ 'ਚ ਹੀ, ਚਾਹੇ ਜਿਵੇਂ ਦਾ ਵੀ ਕੰਮ ਹੋਵੇ, ਕੋਈ ਵੀ ਆਂਦਾ ਹੈ ਅਸੀਂ ਨਾਲ ਖੜਦੇ ਹਾਂ। ਬਿਲਕੁਲ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਵੀ ਕਿਸੇ ਨੂੰ ਪੁਲਿਸ 'ਚ ਕੰਮ ਹੋਵੇ ਕਿਸੇ ਕੋਲ, ਤਾਂ ਉਹਨਾਂ ਕੋਲੋਂ ਸਭ ਤੋਂ ਪਹਿਲਾਂ ਨਾ ਅਗਰ ਅਨੰਦਪੁਰ ਸਾਹਿਬ ਵਾਸੀਆਂ ਦੇ ਅਗਰ ਕੋਈ ਚੀਜ਼ ਦਿਮਾਗ ਦੇ ਵਿੱਚ ਆਉਂਦਾ ਤਾਂ ਉਹ ਇੰਦਰਜੀਤ ਸਿੰਘ ਅਰੋੜਾ ਆਉਂਦਾ ਹੈ, ਜੋ ਮਦਦ ਲਈ ਉਹਨਾਂ ਦੇ ਅੱਗੇ ਵੀ ਹੁੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਇੱਕ ਇਲਜ਼ਾਮ ਇੰਦਰਜੀਤ ਸਿੰਘ ਅਰੋੜਾ 'ਤੇ ਹੋਰ ਲੱਗਦਾ ਹੈ, ਉਹ ਮਿਊਨਿਸਪਲ ਕੌਂਸਲ ਦੇ ਠੇਕੇਦਾਰ ਹੈ। ਠੇਕਾ ਜਿਹੜਾ ਹੈ ਉਹ ਸਾਰੇ ਉਹਨਾਂ ਨੂੰ ਮਿਲ ਜਾਂਦੇ ਹੈ ਤੇ ਉਹ ਕਿਉਂਕਿ ਫਟਾਫਟ ਕੰਮ ਵੀ ਕਰਾ ਦਿੰਦੇ, ਔਰ ਕੰਮ ਉਹ ਜਿਹੜਾ ਹੈ ਉਹ ਕਹਿੰਦੇ ਜੀ ਕੰਮ ਵੀ ਜਿਹੜਾ ਹੈਗਾ ਉਹ ਮਿਆਦ ਜਿਸ ਤਰ੍ਹਾਂ ਹੁੰਦਾ ਵੀ ਪੂਰਾ ਮਿਆਰੀ ਉਹ ਕੰਮ ਨਹੀਂ ਹੁੰਦਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਤਾਂ ਵਿਰੋਧੀ ਬੋਲਣਾ ਹੀ ਹੁੰਦਾ, ਜਦੋਂ ਉਹਨਾਂ ਨੂੰ ਕੁਝ ਦਿਖਦਾ ਨਹੀਂ ਫਿਰ ਉਹ ਇੱਦਾਂ ਦੀ ਝੂਠੀਆਂ ਅਫਵਾਹਾਂ ਫੈਲਾਉਂਦੇ ਨੇ। ਮੇਰੇ ਪਿਤਾ ਜੀ ਠੇਕੇਦਾਰ ਸੀ। ਠੇਕੇਦਾਰ ਕਾਹਦੇ ਸੀ? ਉਹ SGPC ਦਾ ਠੇਕਾ ਹੁੰਦਾ ਸੀ, ਜਿਹੜੀਆਂ ਆਪਣੇ ਗੁਰਦੁਆਰੇ ਦੇ ਬਾਹਰ ਦੁਕਾਨਾਂ ਲੱਗਦੀਆਂ ਸੀ, ਉਹਦਾ ਠੇਕਾ ਜ਼ਰੂਰ ਉਹਨਾਂ ਨੇ ਪਹਿਲਾਂ ਲੈਂਦੇ ਰਹੇ। ਹੋਲੇ ਮਹੱਲੇ ਦੇ ਜਿਹੜਾ ਸ਼ੁਰੂ ਹੁੰਦਾ ਸੀ, ਉਹ ਇੱਕ ਅਲੱਗ ਹੈ। ਮਿਊਨਿਸਪਲ ਇਹਦੇ ਨਾਲ ਤਾਂ ਨਗਰ ਕੌਂਸਲ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਠੇਕਾ ਨਹੀਂ, ਕੋਈ ਪ੍ਰੂਫ ਲਿਆ ਕੇ ਦਿਖਾ ਦੇਵੇ, ਕੋਈ ਇੱਦਾਂ ਦੀ ਵੀ ਇੱਕ ਪੈਸੇ ਦੀ ਵੀ ਕੋਈ ਇੱਦਾਂ ਦੀ ਗੱਲ ਨਹੀਂ ਹੈ। ਬਸ ਉਹ SGPC ਦਾ ਠੇਕਾ ਉਹਨਾਂ ਨੇ ਕਈ ਵਾਰੀ ਲਿਆ ਹੈ, ਉਹਦੇ ਕਰਕੇ ਚਲੋ ਠੇਕੇਦਾਰ ਕਹਿੰਦੇ ਆ ਕਿ ਆ ਨਗਰ ਕੌਂਸਲ ਨਾਲ ਸਾਡਾ ਕੋਈ ਨਾ ਕੋਈ ਕੰਮ ਕਰਾਇਆ ਨਗਰ ਕੌਂਸਲ ਦਾ, ਨਾ ਹੀ ਕੋਈ ਨਗਰ ਕੌਂਸਲ ਦਾ ਤੁਸੀਂ ਕਦੀ ਠੇਕਾ ਲਿਆ। ਵੀ ਇਹ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਵੈਸੇ ਹੀ ਆ ਵੀ ਇਹ ਮਤਲਬ ਠੇਕੇਦਾਰ ਹੈ ਜੀ, ਠੇਕਾ ਲੈਂਦੇ ਮਿਊਨਿਸਪਲ ਕੌਂਸਲ ਦਾ। ਉਹ ਵਿਰੋਧੀਆਂ ਨੇ ਉਹੀ ਦੱਸਿਆ ਨਾ ਜੀ, ਕੁਝ ਤਾਂ ਕਹਿਣਾ ਹੀ ਹੈ ਨਾ ਜੀ। ਅੱਛਾ, ਉਹਨਾਂ ਨੂੰ ਜਦੋਂ ਕੁਝ ਨਹੀਂ ਮਿਲਣਾ, ਕੋਈ ਕਮੀ ਨਹੀਂ ਮਿਲਣੀ, ਫਿਰ ਝੂਠੀਆਂ ਅਫਵਾਹਾਂ ਹੀ ਫੈਲਾਣਗੇ। ਚਲੋ ਇਹ ਕਮੀਆਂ ਹੋ ਗਈਆਂ, ਸਾਰਾ ਕੁਝ ਹੋ ਗਿਆ। ਹੁਣ ਤੁਸੀਂ ਕੁਛ ਨਾ ਕੁਛ ਆਪਣਾ ਚੋਣ ਮੈਨੀਫੈਸਟੋ ਲੈ ਕੇ ਚੱਲੇ ਹੋਵੋਗੇ ਵੀ ਅਸੀਂ ਵਾਰਡ ਦੇ ਵਿੱਚ ਆਹ ਚੀਜ਼ਾਂ ਨਹੀਂ ਹੋ ਪਾਈਆਂ ਹਲੇ ਕਰਾਉਣੀਆਂ ਹੈ, ਜਿਹੜੀਆਂ ਕਿਉਂਕਿ ਤੁਹਾਡੇ ਵਿਰੋਧੀਆਂ ਨੇ ਕਿਹਾ ਜੀ ਅਸੀਂ CCTV ਕੈਮਰੇ ਲਗਾ ਦਾਂਗੇ, ਅਸੀਂ ਫਲਾਣਾ ਕਰ ਦਾਂਗੇ, ਬਹੁਤ ਸਾਰਾ ਹਰੇਕ ਬੰਦੇ ਦਾ ਮੈਨੀਫੈਸਟੋ ਆਪਣਾ ਆਪਣਾ। ਤੁਸੀਂ ਵੀ ਕੋਈ ਚੋਣ ਮੈਨੀਫੈਸਟੋ ਲੈ ਕੇ ਚੱਲੇ ਹੋ? ਦੇਖੋ, ਉਹ ਕਹਿ ਰਹੇ ਅਸੀਂ ਵਾਰਡ 'ਚ CCTV ਲਵਾ ਦਾਂਗੇ ਤੇ ਅਸੀਂ ਕਹਿ ਰਹੇ ਅਸੀਂ ਸਾਰੇ ਸ਼ਹਿਰ 'ਚ ਹੀ ਲਗਵਾਉਣੇ ਜੀ। ਇਹ ਟੈਂਡਰ ਵੀ ਪਾਸ ਹੋ ਗਿਆ ਹੈ। ਓਕੇ, ਇਹ ਜਲਦੀ ਉਹ ਸਾਰੇ ਸ਼ਹਿਰ 'ਚ CCTV ਲੱਗਣਗੇ। ਇਹ ਕੌਂਸਲ ਵੱਲੋਂ ਹੀ ਲੱਗ ਰਿਹਾ ਹੈ? ਹਾਂਜੀ, ਕੌਂਸਲ ਵੱਲੋਂ ਹੀ ਲੱਗ ਰਿਹਾ ਹੈ। ਠੀਕ ਹੈ। ਤੇ ਉਹਦੇ ਤੋਂ ਬਾਅਦ ਸਾਡੇ ਸੀਸਗੰਜ ਸਾਹਿਬ ਗੁਰਦੁਆਰੇ ਸਾਹਮਣੇ ਪਾਰਕ ਹੈ, ਉਹਦਾ ਕੰਮ ਬੜਾ ਤੇਜ਼ੀ ਨਾਲ ਚੱਲ ਰਿਹਾ, ਉਹ ਵੀ ਸਰਕਾਰ ਕਰਾ ਰਹੀ ਹੈ ਜੀ। ਹੋ ਰਹੀ ਐਦਾਂ ਹੀ। ਹੁਣ ਜਿਹੜੇ ਆ ਤਾਂ ਛੋਟੇ ਮੋਟੇ ਕੰਮ ਹੈ ਵੀ ਗਲੀਆਂ ਟੁੱਟ ਗਈਆਂ ਬਣ ਗਈਆਂ, ਉਹ ਤਾਂ ਰੂਟੀਨ 'ਚ ਚੱਲਦੇ ਰਹਿਣਗੇ ਜੀ। ਇੱਕ ਤਾਂ ਸਾਰੇ ਸ਼ਹਿਰ 'ਚ ਕੈਮਰੇ ਲੱਗਣਗੇ ਜੀ, ਠੀਕ ਹੈ ਜੀ, CCTV ਕੈਮਰਾ। ਉਹ ਤੋਂ ਬਾਅਦ ਸਾਡੇ ਜਿਹੜਾ ਕੇਸਗੜ੍ਹ ਸਾਹਿਬ ਗੁਰਦੁਆਰਾ ਹੈ, ਜਿੱਦਾਂ ਅੰਮ੍ਰਿਤਸਰ ਦਿੱਖ ਬਣੀ ਹੈ, ਗਲਿਆਰਾ ਬਣਾਇਆ ਗਿਆ, ਹਾਂਜੀ, ਉਦਾਂ ਹੀ ਸਾਰਾ ਬਣੇਗਾ, ਗਲਿਆਰਾ ਬਣਾਇਆ ਗਿਆ, ਹਾਂਜੀ। ਉਹਦੇ ਤੋਂ ਬਾਅਦ ਤੁਸੀਂ ਲਾਓ ਵੀ ਸਾਡੇ ਵਾਰਡ ਦੇ ਵਿੱਚ ਹੀ ਇਹਦੇ 'ਚ ਅਸੀਂ ਸੋਚ ਰਹੇ ਵੀ ਜਿਮ ਜਿਹੜਾ ਸਾਰਿਆਂ ਲਈ ਹੋਵੇ, ਜਿਮ ਬਣਾਇਆ ਜਾਵੇ ਜਿੱਥੇ ਸਾਰੇ ਆ ਕੇ ਆਪਣਾ ਕਰਨ। ਮੇਰੇ ਪਿਤਾ ਜੀ ਨਾ ਇਹ ਸੋਚ ਰਹੇ ਕਿ ਜਿੱਦਾਂ ਛੋਟੇ ਛੋਟੇ ਕੰਮਾਂ ਨੂੰ ਵੀ ਨਾ ਬਹੁਤ ਦਿੱਕਤਾਂ ਆਉਂਦੀਆਂ ਜੀ, ਕਈ ਲੋਕ ਇੰਨਾ ਪੜ੍ਹੇ ਲਿਖੇ ਨਹੀਂ ਹੈ, ਬਿਲਕੁਲ। ਤੇ ਉਹ ਚਲੋ ਇਕੱਲੇ ਵਾਰਡ ਨੰਬਰ 3 ਲਈ ਨਹੀਂ, ਸ਼ੁਰੂਆਤ ਅਸੀਂ ਵਾਰਡ ਨੰਬਰ 3 ਤੋਂ ਕਰਾਂਗੇ, ਕਿਉਂਕਿ ਐਕਸਪੀਰੀਅੰਸ ਅਸੀਂ ਵੀ ਲੈਣਾ ਚਾਹੁੰਦੇ ਹਾਂ। ਅਸੀਂ ਇੱਕ ਆਫਿਸ ਬਣਾ ਰਹੇ ਜਿੱਥੇ 3 ਜਣਿਆਂ ਦਾ ਸਟਾਫ ਹੋਊਗਾ ਕੰਪਿਊਟਰ ਤੇ, 2 ਵੈਸੇ ਹੋਣਗੇ। ਕਿਸੇ ਦਾ ਵੀ ਕੋਈ ਵੀ ਕੰਮ ਹੈ, ਆਧਾਰ ਕਾਰਡ ਬਣਾਉਣਾ, ਜਿੱਦਾਂ ਸਾਡੇ ਕੋਲ ਬਹੁਤ ਜਾਣੇ ਆਉਂਦੇ ਸਾਈਨ ਕਰਵਾਉਣ, ਜਦੋਂ MC ਦੀ ਮੋਹਰ ਲੱਗਦੀ, ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਬਿਲਕੁਲ। ਉਹ
ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਆਫਿਸ 'ਚ ਬੈਠਾ ਬੰਦਾ ਬਸ ਕਹਿ ਦਿੰਦਾ ਠੀਕ ਨਹੀਂ ਹੈ ਜੀ, ਜਾਓ ਜੀ। ਬਿਲਕੁਲ ਨਹੀਂ, ਇੱਕ ਜਾਣਕਾਰੀ ਨਹੀਂ ਹੁੰਦੀ, ਪੜ੍ਹੇ ਲਿਖੇ ਵੀ ਹੋਣ, ਨਹੀਂ ਹੋਣਾ ਸਹੀ ਗੱਲ ਹੈ, ਜਾਣਕਾਰੀ ਪੜ੍ਹੇ ਲਿਖੇ ਦਾ ਅੱਜ ਬਹੁਤ ਸਾਰੇ MA BA ਪਾਸ ਹੈ, ਜਦੋਂ ਵਿਡਰਾਲ ਫਾਰਮ ਭਰਨ ਜਾਂਦੇ ਨਾ ਬੈਂਕ 'ਚ, ਉਹਨਾਂ ਨੂੰ ਵਿਡਰਾਲ ਫਾਰਮ ਨਹੀਂ ਭਰਨਾ ਆਉਂਦਾ ਕਿਉਂਕਿ ਜਾਣਕਾਰੀ ਪ੍ਰੋਪਰ ਨਹੀਂ ਹੁੰਦੀ। ਸੋ ਉਹ ਚੀਜ਼ਾਂ ਤੁਸੀਂ ਤੁਹਾਨੂੰ ਮੁਹੱਈਆ ਕਰਾਓਗੇ, ਬੰਦੇ ਉੱਤੇ ਰੱਖੋਗੇ। ਮੇਰੇ ਪਿਤਾ ਜੀ ਇਹ ਸੋਚ ਰਹੇ ਕਿ ਅਸੀਂ ਇੱਦਾਂ ਬਣਾ ਕੇ ਕਿਸੇ ਦਾ ਵੀ ਕੋਈ ਫਾਰਮ, ਆਧਾਰ ਕਾਰਡ ਬਣਨਾ, ਵੋਟਰ ਕਾਰਡ ਬਣਨਾ, ਕੋਈ ਪੈਨਸ਼ਨ ਦਾ ਕੰਮ ਹੈ, ਕੁਝ ਵੀ ਹੈ, ਉਹ ਉੱਥੋਂ ਹੀ ਕਰਵਾ ਕੇ ਨਾਲ ਸਾਡਾ ਲੜਕਾ ਨਾਲ ਜਾਵੇ, ਆਫਿਸ 'ਚ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ। ਓਕੇ, ਵੀ ਸੈਲਫ ਸੇਵਾ ਸੈਂਟਰ ਤੁਸੀਂ ਆਪਣਾ ਖੋਲ ਲੈਣਾ। ਇਹ ਅਸੀਂ ਸੋਚ ਰਹੇ ਹਾਂ ਤੇ ਕਰਨਾ ਹੈ। ਅਸੀਂ ਪਹਿਲਾਂ ਇੱਕ ਵਾਰ ਤੋਂ ਕਰਾਂਗੇ, ਜੇ ਮਿਹਰ ਹੋਈ ਪਰਮਾਤਮਾ ਦੀ ਤਾਂ ਸ਼ਾਇਦ ਪੂਰੇ ਸ਼ਹਿਰ ਲਈ, ਕਿਉਂਕਿ ਤੁਹਾਡੀ ਨਾ ਇੱਕ ਅਹਿਮੀਅਤ ਹੈ, ਤੁਹਾਡਾ ਨਾਂ ਹੈ, ਤੁਹਾਨੂੰ ਤੁਸੀਂ ਇੱਕ ਅਹਿਮ ਸ਼ਖਸੀਅਤ ਸ਼ਹਿਰ ਦੇ ਵਿੱਚ ਗਿਣੇ ਜਾਂਦੇ ਨੇ ਤੁਹਾਡੇ ਪਿਤਾ ਜੀ ਮਾਤਾ ਜੀ। ਲੇਕਿਨ ਤੁਹਾਡੇ ਹੀ ਦੁਕਾਨ ਦੇ ਬਿਲਕੁਲ ਸਾਹਮਣੇ 2 ਸਾਲ ਪਹਿਲਾਂ ਇੱਕ ਮਾਰਕੀਟ ਨੂੰ ਅੱਗ ਲੱਗੀ, ਪੂਰੀ ਦੀ ਪੂਰੀ ਮਾਰਕੀਟ ਸੜ ਕੇ ਤਬਾਹ ਹੋ ਗਈ। ਉਸ ਤੋਂ ਪਹਿਲਾਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਇੱਕਾ ਦੁੱਕਾ ਘਟਨਾਵਾਂ, ਤੁਹਾਡੇ ਹੀ ਵਾਰਡ ਦੇ ਇਕਬਾਲ ਸਿੰਘ ਬਾਟਲਾ ਕਨਫੈਕਸ਼ਨਰੀ ਵਾਲੇ, ਉਹਨਾਂ ਦੀ ਸ਼ਾਪ ਪੂਰੀ ਤਰ੍ਹਾਂ ਜਲ ਗਈ ਸੀ, ਤੁਸੀਂ ਜਾਣਦੇ ਹੋ 3-4 ਸਾਲ ਪਹਿਲਾਂ ਉਹਨਾਂ ਦੀ ਦੁਕਾਨ ਵੀ ਸੜ ਗਈ ਸੀ। ਉਸ ਤੋਂ ਕੋਲੀ ਬੇਕਰੀ ਹੈ, ਉਹਨਾਂ ਨੂੰ ਅੱਗ ਲੱਗੀ ਸੀ, ਉਹਨਾਂ ਦੀ ਦੁਕਾਨ ਵੀ ਸੜ ਗਈ ਸੀ। ਤੁਹਾਡੇ ਡੈਡੀ ਵਪਾਰ ਮੰਡਲ ਦੇ ਪ੍ਰਧਾਨ ਵੀ ਹੈਗੇ, ਮਿਊਨਿਸਪਲ ਕੌਂਸਲ 'ਚ ਰਹਿੰਦੇ ਆ, ਇਹ ਕਿਉਂ ਨਹੀਂ ਉਠਾਏਗੀ ਮੰਗ ਕਿ ਇੱਥੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਕੌਂਸਲ ਵੱਲੋਂ ਲਗਾਤੀ ਜਾਏ, ਜਦ ਕਿ ਕਰੋੜਾਂ ਰੁਪਇਆ ਜਿਹੜਾ ਹੈ ਉਹ ਆਇਆ? ਸਰ ਇਹ ਮੰਗ ਉੱਠੀ ਹੋਈ ਹੈ, ਇਹਦਾ ਇਸ ਵਾਰੀ ਜਦੋਂ ਇਹ ਫਿਰ ਕੌਂਸਲ ਬਣੇਗੀ, ਪਹਿਲ ਦੇ ਆਧਾਰ ਤੇ ਇਹਦਾ ਮਤਾ ਰੱਖ ਕੇ ਪਹਿਲਾਂ ਇਹੀ ਕੰਮ ਕਰਨ ਬਾਰੇ ਸੋਚਦੇ ਆ ਕਿ ਫਾਇਰ ਬ੍ਰਿਗੇਡ ਸਾਡੇ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਗ ਲੱਗੀ, ਬੜੀ ਬੁਰੀ ਘਟਨਾ ਸੀ ਉਹ, ਤੇ ਸਾਡੇ ਵਪਾਰ ਮੰਡਲ ਵੱਲੋਂ ਵੀ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਸੀ ਉਹ ਸਾਰਾ ਅਸੀਂ ਕੀਤਾ ਹੈ। ਫਾਇਰ ਬ੍ਰਿਗੇਡ ਦਾ ਮੁੱਦਾ ਪਹਿਲਾ ਮੁੱਦਾ ਹੈ। ਹਾਂ, ਜੇ ਫਾਇਰ ਪਹਿਲ ਦੇ ਆਧਾਰ ਤੇ ਕੰਮ ਹੋਏਗਾ। ਬਿਲਕੁਲ, ਜੇ ਫਾਇਰ ਬ੍ਰਿਗੇਡ ਦੀ ਗੱਡੀ ਹੋਵੇ, ਉੱਥੇ ਮੁਲਾਜ਼ਮ ਹੋਣ, ਇੱਕ ਤਾਂ ਮੁਲਾਜ਼ਮ ਹੋਣਗੇ, ਉਹਨਾਂ ਨੂੰ ਰੋਜ਼ਗਾਰ ਮਿਲੇਗਾ। ਦੂਸਰੀ ਗੱਲ ਇਹ ਹੈ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ 'ਚ ਜ਼ਿਆਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ, ਕਿਉਂਕਿ ਇੱਕ ਪੂਰੀ ਦੀ ਪੂਰੀ ਮਾਰਕੀਟ ਸੜ ਜਾਣੀ ਬਹੁਤ ਵੱਡੀ ਜਿਹੜੀ ਘਟਨਾ ਸੀ। ਇਹਦੇ ਲਈ ਇੱਕ ਤਾਂ ਪ੍ਰੋਪਰ ਸਟੇਸ਼ਨ ਬਣਾਉਣਾ ਪੈਂਦਾ। ਬਿਲਕੁਲ ਬਿਲਕੁਲ, ਉਹ ਜਗ੍ਹਾ ਵੀ ਦੇਖ ਲਈ ਹੋਈ ਹੈ, ਕੌਂਸਲ ਕੋਲ ਬਹੁਤ ਜਗ੍ਹਾ ਉਹ ਵੀ ਚੂਜ਼ ਕਰ ਲਈ ਹੈ। ਹੁਣ ਜਦੋਂ ਕੌਂਸਲ ਬਣੇਗੀ, ਪਹਿਲਾ ਮਤਾ ਹੀ ਇਹੀ ਰੱਖਿਆ ਜਾਏਗਾ ਜੀ ਕਿ ਫਾਇਰ ਬ੍ਰਿਗੇਡ ਪਹਿਲ ਦੇ ਆਧਾਰ ਤੇ ਸਾਡੇ ਆਵੇ। ਹੁਣ ਮੈਂ ਤੁਹਾਡੇ ਕੋਲ ਅਖੀਰ 'ਚ ਇੱਕ ਪੁੱਛਣਾ ਚਾਹੁੰਦਾ ਤਾਂ, ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਆਪਣੀ ਮਦਰ ਵੱਲੋਂ ਕੋਈ ਬੇਨਤੀ ਕਰਨਾ ਚਾਹੁੰਦੇ ਹੋਗੇ, ਅਪੀਲ ਕਰਨਾ ਚਾਹੁੰਦੇ ਹੋ? ਮੌਕਾ ਹੈ ਤੁਹਾਡੇ ਕੋਲ ਅੱਜ, ਕਿਉਂਕਿ ਪਰਸੋਂ ਨੂੰ ਤਾਂ ਚੋਣਾਂ ਹੈ, ਤੁਸੀਂ ਸਾਡੇ SDTV ਪ੍ਰਾਈਮ ਰਾਹੀਂ ਕਰ ਸਕਦੇ। ਮੈਂ ਅਪੀਲ ਕਰਦਾ ਵਾਰਡ ਨੰਬਰ 3 ਦੇ ਵਾਸੀਆਂ ਨੂੰ, ਤੁਸੀਂ ਸਾਰੇ ਸਾਡਾ ਪਰਿਵਾਰ ਹੀ ਹੋ। ਮੇਰੇ ਪਿਤਾ ਜੀ ਨੇ ਹਮੇਸ਼ਾ ਹੀ ਆਪਣੇ ਇਲਾਕੇ ਦੇ ਵਾਸੀਆਂ ਨੂੰ ਆਪਣਾ ਪਰਿਵਾਰ ਹੀ ਸਮਝਿਆ। ਮੈਂ ਆਪ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਪਿਤਾ ਜੀ ਹਮੇਸ਼ਾ ਪਹਿਲ ਦੇ ਆਧਾਰ ਤੇ ਕੋਈ ਵੀ ਕੰਮ ਲੈ ਕੇ ਆਂਦਾ, ਉਹ ਹਮੇਸ਼ਾ ਨਾਲ ਉਸੇ ਟਾਈਮ ਚੱਲ ਪੈਂਦੇ। ਕਦੇ ਵੀ ਉਹਨਾਂ ਨੇ ਭੇਦਭਾਵ ਨਹੀਂ ਕੀਤਾ, ਕੋਈ ਜਾਤ ਪਾਤ ਦਾ, ਕੋਈ ਹੋਰ, ਵੱਡਾ ਹੈ ਛੋਟਾ ਹੈ, ਸਾਰਿਆਂ ਦਾ ਸਤਿਕਾਰ ਕਰਦੇ ਨੇ। ਤੇ ਇੱਦਾਂ ਹੀ ਅਸੀਂ ਚਾਹੁੰਦੇ ਹਾਂ ਤੁਸੀਂ ਇੱਕ ਵਾਰੀ ਸਾਨੂੰ ਫੇਰ ਸੇਵਾ ਦਾ ਮੌਕਾ ਦਿਓ, ਅਸੀਂ ਹੋਰ ਅੱਗੇ ਹੋ ਕੇ ਤੁਹਾਡੇ ਸਾਰੇ ਕੰਮ ਕਰਾ ਸਕੀਏ। ਇਸ ਲਈ ਆਪ ਸਭ ਨੇ 14 ਤਰੀਕ ਨੂੰ, 14 ਫਰਵਰੀ ਨੂੰ ਬਿਸਕੁਟ ਦੇ ਚੋਣ ਨਿਸ਼ਾਨ ਤੇ ਮੋਹਰਾ ਲਾ ਕੇ ਸਾਨੂੰ ਫਿਰ ਤੋਂ ਸੇਵਾ ਕਰਨ ਦਾ ਮੌਕਾ ਦੇਣਾ। ਸੋ ਦੋਸਤੋ, ਇਹ ਸਨ ਦਮਨਪ੍ਰੀਤ ਸਿੰਘ ਜਿਨ੍ਹਾਂ ਨੇ ਬੇਨਤੀ ਕੀਤੀ, ਜਿਨ੍ਹਾਂ ਕੋਲੋਂ ਅਸੀਂ ਉਹਨਾਂ ਬਾਰੇ ਜਾਣਿਆ, ਔਰ ਕੁਝ ਇਲਜ਼ਾਮ ਜਿਹੜੇ ਸ਼ਹਿਰ ਵਾਸੀ ਉਹਨਾਂ ਤੇ ਲਗਾਉਂਦੇ ਰਹਿੰਦੇ ਨੇ, ਉਹਨਾਂ ਬਾਰੇ ਵੀ ਅਸੀਂ ਉਹਨਾਂ ਕੋਲੋਂ ਜਾਣਿਆ ਵੀ ਕੀ ਹੈ। ਵੋਟ ਤੁਸੀਂ ਪਾਣੀ ਹੈ, ਕਿਸ ਨੂੰ ਪਾਣੀ ਹੈ, ਇਹ ਤਾਂ ਤੁਹਾਡਾ ਅਧਿਕਾਰ ਹੈ, ਲੇਕਿਨ ਇਹ ਜ਼ਰੂਰ ਸੋਚ ਲੈਣਾ ਕਿ ਵੋਟ ਉਸੇ ਹੀ ਕੈਂਡੀਡੇਟ ਨੂੰ ਪਾਣੀ ਹੈ ਜਿਹੜਾ ਸੁੱਖ ਦੁੱਖ ਦੇ ਵਿੱਚ ਤੁਹਾਡਾ ਸਹਾਇਕ ਹੋ ਸਕੇ, ਜਿਹੜਾ ਅਵੇਲੇਬਲ ਰਹੇ, 24 ਘੰਟੇ ਉੱਥੇ ਰਹੇ, ਤਾਂ ਜਦੋਂ ਤੁਸੀਂ ਤੁਹਾਨੂੰ ਜ਼ਰੂਰਤ ਹੋਵੇ ਉਹ ਬੰਦਾ ਮਿਲੇ। ਤਾਂ ਮੈਂ ਸਮਝਦਾ ਉਹਨਾਂ ਵਿੱਚੋਂ ਇੰਦਰਜੀਤ ਸਿੰਘ ਅਰੋੜਾ ਤੋਂ ਉਹਨਾਂ ਦਾ ਪਰਿਵਾਰ ਇੱਕ ਇਹੋ ਜਿਹਾ ਹੀ ਪਰਿਵਾਰ ਹੈ ਜਿਹੜਾ ਹਰ ਵਕਤ ਤੁਹਾਡੇ ਲਈ ਉਪਲਬਧ ਹੈ। ਮੇਨ ਚੌਂਕ ਦੇ ਵਿੱਚ ਸ਼ਾਪ ਹੈ, ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ, ਮਿਲ ਸਕਦੇ ਹੋ, ਤੇ ਹਰ ਸੁੱਖ ਦੁੱਖ ਦੇ ਵਿੱਚ ਜਿਹੜੇ ਹਮੇਸ਼ਾ ਸਾਥ ਦਿੰਦੇ ਨੇ, ਚਾਹੇ ਉਹ ਕਰੋਨਾ ਦਾ ਦੌਰ ਸੀ, ਚਾਹੇ ਉਸ ਤੋਂ ਪਹਿਲਾਂ ਦੌਰ ਸੀ, ਹਮੇਸ਼ਾ ਉਹ ਸਾਥ ਦਿੰਦੇ ਰਹੇ ਨੇ। ਸੋ ਸੋਚਣਾ ਤੁਸੀਂ ਹੈ, ਮਨ ਆਪਣਾ ਤੁਸੀਂ ਬਣਾਉਣਾ ਹੈ, ਲੇਕਿਨ ਸਹੀ ਉਮੀਦਵਾਰ ਚੁਣ ਕੇ ਨਗਰ ਕੌਂਸਲ ਤੱਕ ਪਹੁੰਚਾਓਗੇ ਤਾਂ ਹੀ ਜਿਹੜਾ ਹੈ ਸ਼ਹਿਰ ਦਾ ਭਲਾ ਹੋ ਸਕੇਗਾ। ਦਮਨਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਣੇ ਆਗਿਆ, ਪਰ ਆਗਿਆ ਲੈਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਨ੍ਹਾਂ ਨੇ SDTV ਪ੍ਰਾਈਮ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿ ਸਕਣਗੇ। ਤਾਂ ਕੱਲ ਇੱਕ ਨਵੇਂ MC ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾ ਨੂੰ ਦਿਓ ਇਜਾਜ਼ਤ। ਨਮਸਕਾਰ।